ਟੀਵੀ ਪੰਜਾਬ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਇੱਕ ਵਾਰੀ ਫਿਰ ਮੈਂ ਮਨਦੀਪ ਸਿੰਘ ਟੁੱਟ ਸਵਾਗਤ ਕਰਦਾ। ਦੁਨੀਆ ਭਰ 'ਚੋਂ ਬਹੁਤ ਸਾਰੇ ਲੋਕ ਅਜਿਹੇ ਨੇ ਜੋ ਕੈਨੇਡਾ ਆ ਕੇ ਕੰਮ ਕਰਨ ਦੀ ਚਾਹਤ ਰੱਖਦੇ ਨੇ ਅਤੇ ਉਹਨਾਂ ਲਈ ਕੈਨੇਡਾ ਵਰਕ ਪਰਮਿਟ ਵੀ ਜਾਰੀ ਕਰਦਾ। ਪਰ ਇਹ ਬਹੁਤ ਵੱਡਾ ਸਵਾਲ ਹੈ ਕਿ ਆਖਰਕਾਰ ਇਹ ਵਰਕ ਪਰਮਿਟ ਲਿਆ ਕਿਵੇਂ ਜਾਵੇ ਅਤੇ ਇਹ ਤੁਹਾਡੀ ਯੋਗਤਾ ਦੇ ਹਿਸਾਬ ਨਾਲ ਕਿਵੇਂ ਮਿਲੇ। ਇਸ ਸੰਬੰਧੀ ਅੱਜ ਅਸੀਂ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਤੇ ਇੱਕ ਵਾਰ ਫਿਰ ਪਹੁੰਚੇ ਹਾਂ ਅਸੀਂ ਮਲਹੋਤਰਾ ਇਮੀਗ੍ਰੇਸ਼ਨ ਜੋ ਕਿ ਸਰੀ ਦੇ ਪਾਇਲ ਸੈਂਟਰ ਵਿਖੇ ਮੌਜੂਦ ਨੇ। ਇਸ ਤੋਂ ਪਹਿਲਾਂ ਅਸੀਂ ਦਰਸ਼ਕਾਂ ਨਾਲ ਇੱਕ ਹੋਰ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹਾਂ ਕਿ ਇਹ ਜਿਹੜਾ ਪ੍ਰੋਗਰਾਮ ਹੈ ਅਸੀਂ ਖਾਸ ਕਰਕੇ ਉਹਨਾਂ ਦਰਸ਼ਕਾਂ ਦੀ ਜਾਣਕਾਰੀ ਲਈ ਲੈ ਕੇ ਆਏ ਹਾਂ ਜਿਨ੍ਹਾਂ ਨੂੰ ਇਸ ਸੰਬੰਧੀ ਬਹੁਤ ਸਲਾਹ ਦੀ ਲੋੜ ਹੈ ਜਾਂ ਫਿਰ ਜਿਹਨਾਂ ਨੂੰ ਵਰਕ ਪਰਮਿਟ ਲੈਣ ਲਈ ਜਾਂ ਇਮੀਗ੍ਰੇਸ਼ਨ ਦੇ ਹੋਰ ਬਹੁਤ ਸਾਰੇ ਮਸਲੇ ਹੁੰਦੇ ਆ ਜਿਨ੍ਹਾਂ ਬਾਰੇ ਜਾਣਕਾਰੀ ਨਹੀਂ ਹੁੰਦੀ। ਬਹੁਤ ਸਾਰੇ ਲੋਕ ਠੱਗੀ ਦਾ ਸ਼ਿਕਾਰ ਵੀ ਹੁੰਦੇ ਆ। ਸੋ ਇੱਕ ਜਾਗਰੂਕਤਾ ਅਵੇਅਰਨੈਸ ਲਈ ਅਸੀਂ ਇਹ ਪ੍ਰੋਗਰਾਮ ਲੈ ਕੇ ਆਏ ਹਾਂ ਤੇ ਇਸ ਸੰਬੰਧੀ ਜਾਣਕਾਰੀ ਜਿਹੜੀ ਤੁਸੀਂ ਉਹ IRCC ਦੀ ਵੈਬਸਾਈਟ ਤੋਂ ਵੀ ਜਿਹੜੀ ਆ ਉਹ ਲੈ ਸਕਦੇ ਆ। ਜੇਕਰ ਇਸ ਤੋਂ ਬਾਅਦ ਵੀ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਹੈ ਜਾਂ ਕੋਈ ਸਮਝ ਨਹੀਂ ਆਉਂਦੀ ਤਾਂ ਉਹ ਫਿਰ ਮਲਹੋਤਰਾ ਸਾਹਿਬ ਤਾਂ ਸਾਡੇ ਕੋਲ ਹੈਗੇ, ਉਹਨਾਂ ਨਾਲ ਵੀ ਕੰਟੈਕਟ ਕੀਤਾ ਜਾ ਸਕਦਾ। ਖੈਰ ਪਹਿਲਾਂ ਮਲਹੋਤਰਾ ਸਾਹਿਬ ਦਾ ਸਵਾਗਤ ਕਰਦੇ ਹਾਂ। ਮਲਹੋਤਰਾ ਸਾਹਿਬ ਇੱਕ ਵਾਰੀ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਧੰਨਵਾਦ ਜੀ। ਅੱਛਾ, ਵਰਕ ਪਰਮਿਟ ਇੱਕ ਬਹੁਤ ਵੱਡਾ ਮੁੱਦਾ ਹੈ ਕੈਨੇਡਾ ਦੇ ਵਿੱਚ। ਸਭ ਤੋਂ ਪਹਿਲਾਂ ਇਹ ਦੱਸ ਦਿਓ ਕਿ ਕਿਹੜੀ ਯੋਗਤਾ ਵਾਲੇ ਲੋਕ ਜਿਹੜੇ ਆ ਉਹ ਐਲੀਜੀਬਲ ਹੁੰਦੇ ਕੈਨੇਡਾ ਦਾ ਵਰਕ ਪਰਮਿਟ ਲੈਣ ਲਈ। ਉਸ ਚੀਜ਼ ਤੋਂ ਵੀ ਸਮਝਣ ਤੋਂ ਪਹਿਲੇ ਜੀ ਇਹ ਜ਼ਰੂਰੀ ਹੈਗਾ ਦੇਖਣਾ ਕਿ ਵਰਕ ਪਰਮਿਟ ਹੁੰਦਾ ਕੀ ਹੈਗਾ ਜੀ। ਇਹ ਗਵਰਨਮੈਂਟ ਆਫ ਕੈਨੇਡਾ ਦੇ ਤਰਫੋਂ ਇੱਕ ਪਰਮਿਟ ਇਸ਼ੂ ਕੀਤਾ ਜਾਂਦਾ ਹੈ ਜਿਹੜਾ ਕਿ ਇੱਕ ਇੰਡੀਵਿਜੂਅਲ ਨੂੰ ਅਲਾਉ ਕਰਦਾ ਟੂ ਵਰਕ ਇਨ ਕੈਨੇਡਾ। ਜੀ ਜਿਹੜਾ ਇਨੀਸ਼ੀਅਲ ਵਰਕ ਪਰਮਿਟ ਦਾ ਕਨਸੈਪਟ ਸ਼ੁਰੂ ਹੋਇਆ ਸੀਗਾ ਉਹ ਸੀਗਾ ਕਿ ਟੈਂਪਰੇਰੀ ਵਰਕਰਸ ਜਿਸ ਵੇਲੇ ਕੈਨੇਡਾ ਦੇ ਵਿੱਚ ਜ਼ਰੂਰਤ ਹੁੰਦੀ ਹੈਗੀ ਹੈ ਉਸ ਵਕਤ ਉਹਨਾਂ ਨੂੰ ਵਰਕ ਪਰਮਿਟ ਇਸ਼ੂ ਕੀਤਾ ਜਾਂਦਾ ਹੈ। ਇਨੀਸ਼ੀਅਲੀ ਅਗਰ ਦੇਖਿਆ ਜਾਏ ਤਾਂ ਪਹਿਲੇ ਸਭ ਤੋਂ ਐਗਰੀਕਲਚਰਲ ਸੈਕਟਰ ਦੇ ਵਿੱਚ ਜੀ ਫਾਰਮ ਵਰਕਰਸ ਦੇ ਵਾਸਤੇ ਫਾਰਮ ਸੁਪਰਵਾਈਜ਼ਰ ਵਾਸਤੇ ਵਰਕ ਪਰਮਿਟ ਇਸ਼ੂ ਕੀਤੇ ਜਾਂਦੇ ਸਨ ਜਿਹੜੇ ਕਿ ਜੀ ਕਈ ਲੋਕ ਮੈਕਸੀਕੋ ਤੋਂ ਔਰ ਕੁਝ ਹੋਰ ਕੰਟਰੀਜ਼ ਤੋਂ ਟੈਂਪਰੇਰੀ ਪਰਪਸ ਵਾਸਤੇ ਆਉਂਦੇ ਸਨ। 6 ਮਹੀਨੇ 8 ਮਹੀਨੇ ਸਾਲ ਲਗਾਇਆ ਔਰ ਵਾਪਸ ਚਲੇ ਗਏ। ਜੀ ਇਹ ਵਰਕ ਪਰਮਿਟ ਦਾ ਕਨਸੈਪਟ ਉੱਥੋਂ ਸਟਾਰਟ ਹੁੰਦਾ ਹੈਗਾ। ਜਿਹੜਾ ਉਸ ਤੋਂ ਬਾਅਦ ਫਿਰ ਜਿਸ ਵੇਲੇ ਇਹ ਸਮਝਿਆ ਗਿਆ ਕੈਨੇਡਾ ਦੇ ਵਿੱਚ ਕਿ ਲੇਬਰ ਮਾਰਕੀਟ ਸ਼ਾਰਟੇਜ ਹੋਈ ਫਿਰ ਟੈਂਪਰੇਰੀ ਵਰਕ ਪਰਮਿਟਸ ਇਸ਼ੂ ਕੀਤੇ ਗਏ। ਬਾਅਦ ਦੇ ਵਿੱਚ ਜਿਸ ਵੇਲੇ ਕਿ ਉਹ ਟੈਂਪਰੇਰੀ ਜਿਹੜੇ ਵਰਕ ਪਰਮਿਟ 'ਤੇ ਲੇਬਰ ਆਈ ਜਾਂ ਜਿਹੜੇ ਵਰਕਰਸ ਆਏ ਉਹ ਸਿਰਫ ਲੇਬਰ ਜਾਂ ਵਰਕਰਸ ਹੀ ਨਹੀਂ ਸਨ, ਬਾਅਦ ਵਿੱਚ ਮੈਨੇਜੀਰੀਅਲ ਸਟਾਫ ਵੀ ਉਹਦੇ ਵਿੱਚ ਟੈਂਪਰੇਰੀ ਵਰਕ ਪਰਮਿਟ ਦੇ ਉੱਤੇ ਆਇਆ। ਜੀ ਉਸ ਤੋਂ ਬਾਅਦ ਉਹਨਾਂ ਦੀ ਕੈਨੇਡਾ ਦੀ ਜਿਹੜੀ ਵਰਕ ਐਕਸਪੀਰੀਅੰਸ ਸੀਗਾ ਉਸ ਨੂੰ ਯੂਜ਼ ਕਰਨ ਵਾਸਤੇ ਬਾਅਦ ਵਿੱਚ ਇਹ ਡਿਸਾਈਡ ਹੋਇਆ ਕਿ ਉਹਨਾਂ ਨੂੰ PR ਯਾਨੀ ਕਿ ਪਰਮਨੈਂਟ ਰੈਜ਼ੀਡੈਂਸ ਵੀ ਦੇ ਦਿੱਤਾ ਜਾਏ। ਜਿਹੜਾ ਵੀ ਵਰਕ ਐਕਸਪੀਰੀਅੰਸ ਕੈਨੇਡਾ ਦਾ ਹੈਗਾ ਐਜ਼ ਏ ਟੈਂਪਰੇਰੀ ਵਰਕਰ ਜੀ ਉਸ ਦਾ ਐਡਵਾਂਟੇਜ ਲੈਣ ਵਾਸਤੇ ਪਰਮਾਨੈਂਟ ਐਪਲੀਕੇਸ਼ਨ ਲਗਾਈ ਜਾ ਰਹੀ ਸੀ। ਇਸ ਲਈ ਜਿਹੜਾ ਵਰਕ ਪਰਮਿਟ ਹੈਗਾ ਉਸ ਨੂੰ ਲੂਜ਼ਲੀ people think that is only to come here and work for some time and go back to your country of residence. ਉਹ ਠੀਕ ਨਹੀਂ ਹੈਗਾ। ਇਸ ਵਕਤ ਸਰਵਿਸ ਕੈਨੇਡਾ 2 ਸਟਰੀਮਸ ਦੇ ਵਿੱਚ ਮੇਨਲੀ ਕੰਮ ਕਰ ਰਹੀ ਹੈਗੀ ਹੈ। ਇੱਕ ਹੈਗੀ ਹੈ ਟੈਂਪਰੇਰੀ ਵਰਕ ਪਰਮਿਟ, ਇੱਕ ਹੈਗਾ ਟੈਂਪਰੇਰੀ ਵਰਕ ਪਰਮਿਟ ਵਿਦ ਆਫਰ ਆਫ ਐਮਪਲੋਇਮੈਂਟ ਐਜ਼ ਏ ਪਰਮਾਨੈਂਟ ਰੈਜ਼ੀਡੈਂਟ। ਜੀ ਸੋ ਇਸ ਵਾਸਤੇ ਜਿਹੜਾ ਵਰਕ ਪਰਮਿਟ ਹੈਗਾ now it is considered as a stepping stone to become permanent resident in Canada also. ਜੀ ਜਿਹੜੇ ਵਰਕ ਪਰਮਿਟਸ ਹੈਗੇ ਨੇ ਇਹ ਡਿਫਰੈਂਟ ਕੈਟੇਗਰੀਜ਼ ਦੇ ਵਿੱਚ ਤੁਹਾਨੂੰ ਮਿਲਦੇ ਨੇ। ਇਹਦੇ ਵਿੱਚ ਲਾਰਜਲੀ ਅਸੀਂ ਅਗਰ ਕੈਟੇਗਰੀਜ਼ ਕਹੀਏ ਤਾਂ ਉਸ ਨੂੰ ਅਸੀਂ OABCD ਕੈਟੇਗਰੀਜ਼ ਦੇ ਵਿੱਚ ਅਸੀਂ ਉਹਨੂੰ ਕਲਾਸੀਫਾਈ ਕਰਦੇ ਹੈਗੇ ਹਾਂ।
ਸਰਵਿਸ ਕੈਨੇਡਾ ਉਸ ਨੂੰ ਇਸ ਤਰ੍ਹਾਂ ਕਲਾਸੀਫਾਈ ਕਰਦੀ ਹੈਗੀ ਹੈ। ਜੀ ਜਿਹੜੇ ਵਰਕ ਪਰਮਿਟਸ ਸੀ ਔਰ ਡੀ ਕੈਟਾਗਰੀਜ਼ ਦੇ ਵਿੱਚ ਇਸ਼ੂ ਹੁੰਦੇ ਨੇ, ਉਹ ਨਾਰਮਲੀ ਅਸੀਂ ਜਿਸ ਨੂੰ ਅਨਸਕਿਲਡ ਵਰਕਰ ਕਹਿੰਦੇ ਹੈਗੇ ਆ, ਜੀ ਉਹਨਾਂ ਨੂੰ ਯੂਜ਼ ਹੁੰਦੇ ਨੇ। ਜਿਸ ਵੇਲੇ ਤੁਸੀਂ ਅਨਸਕਿਲਡ ਵਰਕਰ ਕਹਿੰਦੇ ਹੈਗੇ ਤਾਂ ਉਸ ਦੇ ਵਿੱਚ ਆਉਂਦਾ ਹੈਗਾ ਲੇਬਰ, ਫਾਰਮ ਵਰਕਰ, ਕੰਸਟਰਕਸ਼ਨ ਵਰਕਰ, ਜਿਸ ਦੇ ਵਾਸਤੇ ਕਿ ਵਰਕ ਐਕਸਪੀਰੀਅੰਸ ਦੀ ਜ਼ਰੂਰਤ ਨਹੀਂ ਹੁੰਦੀ, ਜੀ ਔਰ ਜਿਸ ਦੇ ਵਾਸਤੇ ਕਿ ਮਿਨੀਮਮ ਐਜੂਕੇਸ਼ਨਲ ਕੁਆਲੀਫਿਕੇਸ਼ਨਸ ਦੀ ਜ਼ਰੂਰਤ ਨਹੀਂ ਹੁੰਦੀ। ਜੀ However, it has to be taken into consideration that those people who come under the unskilled labor category cannot become permanent residents. ਜੀ Permanent resident ਬਣਨ ਵਾਸਤੇ minimum qualifications 12 years education ਹੈਗੀ, work experience ਇੱਕ particular skill ਦੇ ਵਿੱਚ ਹੋਣਾ ਚਾਹੀਦਾ ਹੈਗਾ। ਉਹ ਜਿਹੜੇ ਨੇ ਉਹ ਸਾਰੇ ਉਹ A and B ਕੈਟੇਗਰੀ ਦੇ ਵਿੱਚ ਆਉਂਦੇ ਨੇ। ਜੀ ਜੇਕਰ ਕਿਸੇ ਨੇ ਕੋਈ ਬਾਹਰ ਬੈਠਾ ਕੈਨੇਡਾ ਤੋਂ, ਤਾਂ ਉਹ ਵਰਕ ਪਰਮਿਟ ਕਿਵੇਂ ਅਪਲਾਈ ਕਰ ਸਕਦਾ? ਸਿੱਧੇ ਤੌਰ ਤੇ ਜਿਵੇਂ ਅਸੀਂ ਆਮ ਵੀਜ਼ਾ ਅਪਲਾਈ ਕਰਦੇ ਹਾਂ ਕਿ ਉੱਦਾਂ ਕਰ ਸਕਦਾ, ਜਾਂ ਉਸ ਤੋਂ ਪਹਿਲਾਂ ਉਹਨੂੰ ਕੋਈ ਇੱਥੇ ਜੌਬ ਆਫਰ ਚਾਹੀਦਾ, ਜਾਂ ਪਹਿਲਾਂ ਕੋਈ ਨੌਕਰੀ ਲੱਭਣੀ ਪਵੇਗੀ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ? ਕੋਈ ਵੀ ਵਰਕ ਪਰਮਿਟ ਲੈਣ ਤੋਂ ਪਹਿਲੇ ਜ਼ਰੂਰੀ ਹੈਗਾ ਕਿ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਲਈ ਜਾਏ ਸਰਵਿਸ ਕੈਨੇਡਾ ਤੋਂ, ਜੀ ਜਿਸ ਨੂੰ LMIA ਕਹਿੰਦੇ ਨੇ, ਜਾਂ ਪਹਿਲੇ ਉਸ ਨੂੰ LMO ਕਹਿੰਦੇ ਸਨ। ਜੀ ਉਸ ਦੇ ਵਿੱਚ ਰਿਕੁਆਇਰਮੈਂਟਸ ਹੈਗੀਆਂ ਨੇ ਕਿ ਜਿਹੜਾ ਪ੍ਰੋਸਪੈਕਟਿਵ ਐਮਪਲਾਇਰ ਹੈਗਾ ਉਹ ਐਡਵਰਟਾਈਜ਼ਮੈਂਟ ਕਰੇਗਾ ਨਿਊਜ਼ਪੇਪਰਸ ਦੇ ਵਿੱਚ ਜਾਂ ਆਪਣੇ ਵੈਬਸਾਈਟਸ ਦੇ ਉੱਤੇ, ਔਰ ਐਪਲੀਕੇਸ਼ਨਸ ਇਨਵਾਈਟ ਕੀਤੀਆਂ ਜਾਂਦੀਆਂ ਨੇ ਫਰਮ ਜਿਹੜੇ ਵੀ ਪਰਮਾਨੈਂਟ ਰੈਜ਼ੀਡੈਂਟਸ ਕੈਨੇਡਾ 'ਚ ਹੈਗੇ ਨੇ ਜਾਂ ਕੈਨੇਡੀਅਨ ਸਿਟੀਜ਼ਨਸ ਨੇ, ਉਹਨਾਂ ਨੂੰ ਪਹਿਲੇ ਕੰਸੀਡਰ ਕਰਨਾ ਪੈਂਦਾ ਹੈਗਾ। ਜੀ ਅਗਰ ਪਰਮਾਨੈਂਟ ਰੈਜ਼ੀਡੈਂਟਸ ਜਾਂ ਕੈਨੇਡੀਅਨ ਸਿਟੀਜ਼ਨਸ ਉਸ ਪਰਟੀਕੂਲਰ ਜੌਬ ਵਾਸਤੇ, ਉਸ ਪਰਟੀਕੂਲਰ ਆਕੂਪੇਸ਼ਨ ਵਾਸਤੇ ਅਵੇਲੇਬਲ ਨਹੀਂ ਹੈਗੇ ਨੇ, ਤਦੇ ਹੀ ਐਮਪਲਾਇਰ ਸਰਵਿਸ ਕੈਨੇਡਾ ਨੂੰ ਐਪਲੀਕੇਸ਼ਨ ਪਾ ਸਕਦਾ ਹੈਗਾ ਜੀ LMIA ਜਾਂ LMO ਲੈਣ ਵਾਸਤੇ। ਜੀ ਅਗਰ ਸਰਵਿਸ ਕੈਨੇਡਾ ਅਪਰੂਵ ਕਰਦੀ ਹੈਗੀ ਹੈ, ਫਿਰ ਜਾ ਕਰਕੇ ਕੋਈ ਵੀ ਵਰਕ ਪਰਮਿਟ ਵਾਸਤੇ ਜਿਸ ਨੂੰ ਵੀ ਐਮਪਲਾਇਰ ਸਿਲੈਕਟ ਕਰਦਾ ਹੈਗਾ ਉਹ ਅਪਲਾਈ ਕਰ ਸਕਦਾ ਹੈ। ਜਿਸ ਵਕਤ ਐਡਵਰਟਾਈਜ਼ਮੈਂਟ ਹੋ ਰਹੀ ਹੈਗੀ ਹੈ ਉਸ ਦੌਰਾਨ ਦੇ ਵਿੱਚ ਕੋਈ ਵੀ ਐਪਲੀਕੇਸ਼ਨ ਪਾ ਕਰਕੇ ਆਪਣੀ ਇੱਛਾ ਜ਼ਾਹਿਰ ਕਰ ਸਕਦਾ ਹੈਗਾ ਉਸ ਉਹਦੇ ਜੌਬ ਵਾਸਤੇ। ਜੀ ਅਗਰ ਤੁਸੀਂ ਕੈਨੇਡਾ ਤੋਂ ਬਾਹਰ ਬੈਠੇ ਹੈਗੇ ਹੋ, ਤੁਹਾਡੇ ਕੋਲ ਕੰਪਿਊਟਰ ਦਾ ਐਕਸੈਸ ਹੈਗਾ, ਤੁਸੀਂ ਉਸ ਜੌਬ ਵਾਸਤੇ ਅਪਲਾਈ ਕਰ ਸਕਦੇ ਹੈਗੇ ਹੋ। ਜੀ ਤੁਹਾਡੇ ਰਿਲੇਟਿਵਸ ਕੈਨੇਡਾ ਰਹਿੰਦੇ ਨੇ, ਫਰੈਂਡਸ ਰਹਿੰਦੇ ਨੇ, ਉਹ ਤੁਹਾਨੂੰ ਦੱਸਦੇ ਨੇ ਕਿ ਜੌਬ ਆਈ ਹੈਗੀ ਹੈ, ਉਹਨਾਂ ਦੇ ਥਰੂ ਵੀ ਤੁਸੀਂ ਐਪਲੀਕੇਸ਼ਨ ਪਾ ਸਕਦੇ ਹੈਗੇ ਹੋ। ਜੀ ਅਗਰ ਇੱਕ ਪ੍ਰੋਸਪੈਕਟਿਵ ਐਮਪਲਾਇਰ ਨੂੰ ਲੱਗਦਾ ਹੈਗਾ ਕਿ ਕੈਨੇਡੀਅਨ ਸਿਟੀਜ਼ਨ ਔਰ ਪਰਮਨੈਂਟ ਰੈਜ਼ੀਡੈਂਟ ਐਪਲੀਕੈਂਟਸ ਅਵੇਲੇਬਲ ਨਹੀਂ ਹੈਗੇ ਨੇ, ਤੇ ਉਹ ਆਊਟਸਾਈਡ ਆਫ ਕੈਨੇਡਾ ਜਿੰਨੇ ਵੀ ਐਪਲੀਕੈਂਟਸ ਨੇ ਉਹਨਾਂ ਤੋਂ ਉਹ ਕਿਸੇ ਨੂੰ ਵੀ ਚੂਜ਼ ਕਰ ਸਕਦੇ ਨੇ, ਉਹਨਾਂ ਨੂੰ ਇੰਟਰਵਿਊ ਕਰ ਸਕਦੇ ਨੇ, ਉਹਨਾਂ ਨੂੰ ਜੌਬ ਆਫਰ ਕਰ ਸਕਦੇ ਨੇ। ਅੱਛਾ, ਸਭ ਤੋਂ ਪਹਿਲਾਂ ਤਾਂ ਸਰਵਿਸ ਕੈਨੇਡਾ ਜਾਣਾ ਪਊਗਾ, ਜਾਂ ਫਿਰ ਪਹਿਲਾਂ ਜਿਹੜੇ ਐਮਪਲੋਇਰ ਨੇ ਜੌਬ ਪਾਈ ਹੋਈ ਹੈ, ਸਭ ਤੋਂ ਪਹਿਲਾਂ ਉਹ ਜੌਬ ਉਹਦੇ ਨਾਲ ਹੋਣਾ ਪਏਗਾ, ਜਾਂ ਪਹਿਲਾਂ ਉਹ ਸਿਲੈਕਟ ਕਰੇਗਾ ਫਿਰ ਉਸ ਤੋਂ ਬਾਅਦ ਵੀਜ਼ਾ ਅਪਲਾਈ ਕਰ ਸਕਦਾ? ਸਰਵਿਸ ਕੈਨੇਡਾ ਦੇ ਨਾਲ ਸਿਰਫ ਐਮਪਲਾਇਰ ਕਾਂਟੈਕਟ ਕਰਦਾ ਹੈਗਾ ਜੀ ਅਪਰੂਵਲ ਵਾਸਤੇ। ਜੀ ਜਿਹੜਾ ਪ੍ਰੋਸਪੈਕਟਿਵ ਐਮਪਲਾਈ ਹੈਗਾ ਉਹਨੂੰ ਐਮਪਲਾਇਰ ਨੂੰ ਕਾਂਟੈਕਟ ਕਰਨਾ ਹੈਗਾ। ਜੀ ਐਮਪਲਾਈ ਦਾ ਸਰਵਿਸ ਕੈਨੇਡਾ ਦੇ ਨਾਲ ਕੋਈ ਮਤਲਬ ਨਹੀਂ ਹੈਗਾ। ਜੀ ਮਤਲਬ ਕਿ ਉਹ ਸਿੱਧਾ ਜਿੱਥੇ ਜੌਬ ਅਵੇਲੇਬਲ ਆ ਉਸ ਤੋਂ ਬਾਅਦ ਐਮਪਲੋਇਰ ਖੁਦ ਪਰਮਿਸ਼ਨ ਲਏਗਾ ਕਿ ਉਸ ਤੋਂ ਬਾਅਦ ਉਹਦੀ ਫਾਈਲ ਅਪਰੂਵ ਹੋਗੀ, ਫਿਰ ਉਹ ਵੀਜ਼ਾ ਅਪਲਾਈ ਕਰੇਗਾ। ਪਹਿਲੇ ਐਮਪਲਾਇਰ ਅਪਰੂਵਲ ਲਏਗਾ ਸਰਵਿਸ ਕੈਨੇਡਾ ਤੋਂ, ਜੀ
ਉਸ ਤੋਂ ਬਾਅਦ EMPLOYE ਨੂੰ ਸਿਲੈਕਟ ਕਰੇਗਾ ਜੀ ਉਸ ਪਰਟੀਕੂਲਰ EMPLOYE ਦਾ ਅਪਰੂਵਲ ਸਰਵਿਸ ਕੈਨੇਡਾ ਤੋਂ ਲਈ ਜਾਏਗੀ ਜੀ ਫਿਰ ਉਹ EMPLOYE ਵਰਕ ਪਰਮਿਟ ਵਾਸਤੇ ਅਪਲਾਈ ਕਰ ਸਕਦਾ ਹੈਗਾ ਜੀ ਇਸ ਦੌਰਾਨ ਦੇ ਵਿੱਚ ਇਹ ਵੀ ਕੋਈ ਸਰਟੇਨਿਟੀ ਨਹੀਂ ਹੁੰਦੀ ਹੈ ਕਿ ਇਹ ਕਿ ਤੁਸੀਂ EMPLOYER ਨੇ LMIA ਅਪਰੂਵ ਕਰਵਾ ਲਿਆ ਹੈਗਾ ਜੀ ਉਹਨੇ ਐਪਲੀਕੈਂਟ ਨੂੰ ਵੀ ਨਾਮੀਨੇਟ ਕਰ ਦਿੱਤਾ ਹੈਗਾ ਜੀ ਐਪਲੀਕੈਂਟ ਜਿਸ ਵੇਲੇ ਵਰਕ ਪਰਮਿਟ ਦੀ ਐਪਲੀਕੇਸ਼ਨ ਭੇਜਦਾ ਹੈਗਾ ਉਹ ਓਵਰਸੀਜ਼ ਆਫਿਸਰਸ ਦੇ ਵਿੱਚ ਪ੍ਰੋਸੈਸ ਹੁੰਦੀ ਹੈ ਜੀ ਉਹ ਓਵਰਸੀਜ਼ ਆਫਿਸਰ ਉਸ ਨੂੰ ਰਿਜੈਕਟ ਵੀ ਕਰ ਸਕਦਾ ਹੈਗਾ ਉਹਨੂੰ ਅਪਰੂਵ ਵੀ ਕਰ ਸਕਦਾ ਹੈਗਾ ਜੀ ਅੱਛਾ ਜਦੋਂ ਕੋਈ ਵੀ ਤੁਸੀਂ ਦੱਸੀਆਂ ਕੈਟਾਗਰੀ A B C D ਤੱਕ ਉਸ ਤੋਂ ਅੱਗੇ ਵੀ ਕੈਟਾਗਰੀ ਹੁੰਦੀਆਂ ਨੇ ਸੋ ਜੇਕਰ ਕਿਸੇ ਨੇ ਕੈਨੇਡਾ ਤੋਂ ਬਾਹਰੋਂ ਅਪਲਾਈ ਕਰਨਾ ਕਿ ਉਹ ਡਾਇਰੈਕਟਲੀ A B ਲਈ ਵੀ ਅਪਲਾਈ ਕਰ ਸਕਦਾ ਆਪਣੇ ਐਕਸਪੀਰੀਅੰਸ ਤੇ ਜਾਂ ਫਿਰ ਇਹ ਕਿਉਂਕਿ ਕਈ ਲੋਕ ਕਹਿੰਦੇ ਆ ਕਿ ਅਸੀਂ ਪਹਿਲਾਂ ਸਿੱਧਾ C ਜਾਂ ਲੇਬਰ ਲਈ ਕਰ ਲੈਂਦੇ ਸ਼ਾਇਦ ਸਾਨੂੰ ਆਸਾਨੀ ਨਾਲ ਵੀਜ਼ਾ ਮਿਲ ਜਾਊਗਾ ਕਿਸੇ ਵੀ ਜੌਬ ਵਾਸਤੇ ਅਪਲਾਈ ਕਰ ਸਕਦੇ ਹੈ ਕਿ ਉਹ ਜੀ ਜਿਹੜਾ ਪਹਿਲੇ C ਜਾਂ D ਕੈਟਾਗਰੀ ਦੇ ਵਿੱਚ ਆ ਕਰਕੇ ਇੱਥੇ ਉਹਨਾਂ ਨੂੰ ਜੌਬ ਮਿਲ ਜਾਂਦੀ ਹੈ ਕਿ ਇਹ ਜੀ ਅਗਰ ਉਹ 12 ਇਅਰਸ ਤੋਂ ਜ਼ਿਆਦਾ ਉਹਨਾਂ ਦੀ ਐਜੂਕੇਸ਼ਨ ਹੈ ਕਿ ਇਹ ਔਰ ਉਹਨਾਂ ਨੇ C ਜਾਂ D ਕੈਟਾਗਰੀ ਦੇ ਵਿੱਚ ਕੰਮ ਕੀਤਾ ਹੈਗਾ ਵਰਕ ਐਕਸਪੀਰੀਅੰਸ ਹੋ ਗਿਆ ਹੈਗਾ ਫਿਰ ਉਹਨਾਂ ਨੂੰ ਸੁਪਰਵਾਈਜ਼ਰ ਜਾਂ ਮੈਨੇਜਰ ਦੀ ਦੁਬਾਰਾ LMIA ਲੈਣੀ ਪੈਂਦੀ ਹੈ ਕਿ ਇਹ ਜੀ ਤਾਂ ਕਿ ਉਹ ਆਪਣੇ ਆਪ ਨੂੰ ਅਪਗ੍ਰੇਡ ਕਰ ਸਕਣ ਜੀ ਕਿਉਂਕਿ ਜਿਹੜਾ PR ਹੋਣਾ ਹੈਗਾ ਪਰਮਨੈਂਟ ਰੈਜ਼ੀਡੈਂਟ ਹੋਣਾ ਹੈਗਾ ਉਹ A ਔਰ B ਕੈਟਾਗਰੀ 'ਚੋਂ ਹੋਣਾ ਹੈਗਾ C ਔਰ D ਦੇ ਵਿੱਚੋਂ ਨਹੀਂ ਹੁੰਦਾ ਜੀ ਓਕੇ ਜਦੋਂ ਕੋਈ ਵੀ ਬੰਦਾ ਉੱਥੇ ਐਕਸਪ੍ਰੈਸ ਐਂਟਰੀ ਰਾਹੀਂ ਆਉਂਦਾ ਤਾਂ ਕਾਫੀ ਬੈਂਡਸ ਦੀ ਉੱਥੇ ਲੋੜ ਪੈਂਦੀ ਹੈ ਜਦੋਂ ਵਰਕ ਪਰਮਿਟ ਲਈ ਅਪਲਾਈ ਕਰਨਾ ਉਦੋਂ ਵੀ ਇਹ ਟੈਸਟ ਦੇਣ ਦੀ ਲੋੜ ਪੈਂਦੀ ਹੈ ਇੰਗਲਿਸ਼ ਦਾ ਜਿਹੜੇ C ਔਰ D ਕੈਟਾਗਰੀ ਵਾਸਤੇ ਨਹੀਂ ਜ਼ਰੂਰਤ ਹੈ ਕਿ ਜੀ ਉਹ A B ਵਾਸਤੇ ਹੈ ਕਿ ਜੀ ਉਹਨਾਂ ਦੇ ਲਈ ਅਗਰ ਤੁਹਾਡੀ ਲੈਂਗੁਏਜ ਰਿਕੁਆਇਰਮੈਂਟ ਤੁਸੀਂ ਮੀਟ ਨਹੀਂ ਕਰਦੇ ਹੈਗੇ ਜੀ ਜਿਹੜਾ ਵੀ LMIA ਇਸ਼ੂ ਹੋਣਾ ਹੈਗਾ ਸਰਵਿਸ ਕੈਨੇਡਾ ਦਾ ਜੀ ਉਹਦੇ 'ਚ ਸਪੈਸੀਫਿਕਲੀ ਐਜੂਕੇਸ਼ਨਲ ਕੁਆਲੀਫਿਕੇਸ਼ਨਸ ਵਰਕ ਐਕਸਪੀਰੀਅੰਸ ਰਿਕੁਆਇਰਮੈਂਟਸ ਸਕਿੱਲਸ ਲੈਂਗੁਏਜ ਰਿਕੁਆਇਰਮੈਂਟਸ ਸਪੈਸੀਫਾਈ ਹੁੰਦੀਆਂ ਨੇ ਜੀ ਮਿਨੀਮਮ ਅਗਰ ਤੁਸੀਂ ਇੱਕ ਮੰਨ ਲਓ ਕਿ ਤੁਸੀਂ ਬੁੱਕ ਕੀਪਰ ਦੀ ਜੌਬ ਵਾਸਤੇ ਅਪਲਾਈ ਕਰ ਰਹੇ ਹੈਗੇ ਹੋ ਔਰ ਉਹਦੀ ਜੌਬ ਰਿਕੁਆਇਰਮੈਂਟ ਲਿਖੀ ਹੈਗੀ ਹੈ ਬੈਚਲਰ ਆਫ ਕਾਮਰਸ ਦੀ ਜੀ ਔਰ ਉਹਦੇ ਵਿੱਚ ਲਿਖਿਆ ਹੈਗਾ ਕਿ ਕੰਪਿਊਟਰ ਨੌਲੇਜ ਹੋਣੀ ਚਾਹੀਦੀ ਹੈਗੀ ਹੈ ਉਹਦੇ ਵਿੱਚ ਲਿਖਿਆ ਹੈਗਾ ਕਿ ਇੰਗਲਿਸ਼ he should be able to speak, read and write English. ਆਫਿਸਰ ਨੇ ਉਸ ਵਕਤ ਇਹ ਡਿਟਰਮਿਨ ਕਰਨਾ ਹੈਗਾ ਕਿ ਅਗਰ ਇਸਨੇ ਆਇਲਟਸ ਦਾ ਟੈਸਟ ਨਹੀਂ ਦਿੱਤਾ ਹੈਗਾ ਇਸ ਦਾ ਮਤਲਬ ਕਿ ਉਸਨੇ ਆਪਣੀ ਇੰਗਲਿਸ਼ ਰਿਕੁਆਇਰਮੈਂਟ ਦੀ ਐਵੀਡੈਂਸ ਨਹੀਂ ਦਿੱਤੀ ਜੀ ਕਿ ਉਹ ਰਿਕੁਆਇਰਮੈਂਟਸ ਨੂੰ ਮੀਟ ਕਰਦਾ ਹੈ ਕਿ ਨਹੀਂ ਜੀ ਆਫ ਕੋਰਸ ਐਪਲੀਕੇਸ਼ਨ ਰਿਫਿਊਜ਼ ਹੋ ਜਾਏਗੀ ਜੀ ਅਗਰ ਉਸਨੇ ਆਇਲਟਸ ਦੀ ਟੈਸਟ ਦੀ ਰਿਪੋਰਟ ਦਿੱਤੀ ਹੈ ਕਿ ਇਹ ਔਰ ਉੱਥੇ ਉਸਨੇ ਦਿਖਾਇਆ ਹੈਗਾ ਕਿ ਉਹਦੀ ਰੀਡਿੰਗ 4.5 ਹੈਗਾ ਜੀ which is much below the level of a person that should know for a bookkeeper, the application will be automatically refused. ਜੀ ਅੱਛਾ ਇਹ ਕੋਈ ਪੱਕੀ ਤਾਂ ਨਹੀਂ ਕਿਉਂਕਿ ਜਿੱਦਾਂ ਐਕਸਪ੍ਰੈਸ ਐਂਟਰੀ ਵਿੱਚ ਹੁੰਦਾ ਕਿ ਮੋਸਟਲੀ ਇਹ ਹੁੰਦਾ ਕਿ ਜੇ 777 ਦਾ ਸਕੋਰ ਚੰਗਾ ਬਣ ਜਾਂਦਾ ਸੋ ਵਰਕ ਪਰਮਿਟ ਦੇ ਕੇਸ 'ਚ ਵੀ ਕੋਈ ਹੁੰਦਾ ਕਿ ਘੱਟੋ ਘੱਟ ਇੰਨੇ ਬੈਂਡ ਹੋਣੇ ਜ਼ਰੂਰੀ ਹੈ ਹਰ ਵਰਕ ਪਰਮਿਟ ਜਿਹੜਾ ਇਸ਼ੂ ਹੋਣਾ ਹੈਗਾ ਜੀ ਉਹ ਉਸ ਪਰਟੀਕੂਲਰ ਜੌਬ ਵਾਸਤੇ ਇਸ਼ੂ ਹੋਣਾ ਹੈਗਾ ਜੀ ਅਗਰ ਸੁਪਰਵਾਈਜ਼ਰ ਦੀ ਜੌਬ ਹੈ ਮੈਨੇਜਰ ਦੀ ਜੌਬ ਹੈ ਡਾਇਰੈਕਟਰ ਦੀ ਜੌਬ ਹੈ ਕਿ ਉਹਨਾਂ ਦੇ ਵਾਸਤੇ ਡਿਫਰੈਂਟ ਲੈਵਲਸ ਹੈਗੇ ਨੇ ਜੀ ਆਇਲਟਸ ਦੇ ਜੀ ਉਹਨਾਂ ਨੂੰ ਉਹ ਲੈਵਲਸ ਪੂਰੇ ਕਰਨੇ ਪੈਂਦੇ ਨੇ ਤੇ ਜਦੋਂ ਵੀ ਕੋਈ ਵਰਕ ਪਰਮਿਟ ਅਪਲਾਈ ਕਰਦਾ ਘੱਟੋ ਘੱਟ ਜਾਂ ਵੱਧ ਤੋਂ ਵੱਧ ਕਿੰਨੀ ਮਿਆਦ ਤੱਕ ਦਾ ਹੋ ਸਕਦਾ ਇਹ 2 ਸਾਲ 1 ਸਾਲ ਜਾਂ 3 ਸਾਲ ਇਹ ਡਿਪੈਂਡ ਕਰਦਾ ਹੈਗਾ ਕਿ LMO ਦੀ ਜਾਂ LMIA ਦੀ ਡਿਊਰੇਸ਼ਨ ਕਿੰਨੇ ਸਾਲ ਦੀ ਹੈਗੀ ਹੈ ਜੀ
ਨਾਰਮਲੀ 2 years ਹੁੰਦਾ ਹੈਗਾ, ਲੇਕਿਨ ਕੁਝ ਕੇਸਿਸ ਦੇ ਵਿੱਚ 1 year ਹੁੰਦਾ ਹੈਗਾ। ਜੀ। ਜਿਵੇਂ ਅੱਜ ਕੱਲ੍ਹ ਮਾਹੌਲ ਚੱਲ ਰਿਹਾ, ਕਿਉਂਕਿ ਹਰ ਪਾਸੇ ਹੈਲਥ ਵਰਕਰਸ ਦੀ ਡਿਮਾਂਡ ਕਾਫੀ ਆ, ਤੋ ਇਸ ਪਾਸੇ ਵਰਕ ਪਰਮਿਟ ਕਾਫੀ ਇਸ਼ੂ ਹੋ ਰਹੇ ਆ। ਸੋ ਜਨਰਲੀ ਕੈਨੇਡਾ ਵਿੱਚ ਕਿਹੜੇ ਜਿਹੜੇ ਤਰ੍ਹਾਂ ਦੇ ਕੰਮ ਆ ਜਾਂ ਵਰਕਰਸ ਆ ਉਹਨਾਂ ਦੀ ਲੋੜ ਰਹਿੰਦੀ ਹੈ? ਹੈਲਥ ਵਰਕਰਸ ਦਾ ਅਗਰ ਤੁਸੀਂ ਦੇਖਦੇ ਹੈਗੇ ਹੋ ਕਿ ਤੁਹਾਨੂੰ ਵੀ ਪਤਾ ਹੈਗਾ ਜੀ ਕੈਨੇਡਾ ਦੇ ਵਿੱਚ ਹੈਲਥ ਜਿਹੜਾ ਹੈ ਉਹ ਕੰਟਰੋਲਡ ਰੈਗੂਲੇਟਡ ਸੈਕਟਰ ਹੈਗਾ। ਜੀ ਇਸ ਵਾਸਤੇ ਇਮੀਗ੍ਰੇਸ਼ਨ ਆਊਟਸਾਈਡ ਆਫ ਕੈਨੇਡਾ ਤੋਂ ਹੈਲਥ ਸੈਕਟਰ ਦੇ ਵਿੱਚ ਵਰਕ ਪਰਮਿਟਸ ਮਿਲਣੇ ਬਹੁਤ ਮੁਸ਼ਕਿਲ ਹੁੰਦੇ ਨੇ, ਕਿਉਂਕਿ ਉਹਨਾਂ ਦੀ ਇੱਥੇ ਇਕੁਇਲੈਂਸ ਨਹੀਂ ਹੁੰਦੀ ਹੈਗੀ। ਜੀ ਜਿਹੜੇ ਵਿਦਿਨ ਕੈਨੇਡਾ ਦੇ ਹੈਗੇ ਨੇ, ਅਗਰ ਉਹਨਾਂ ਕੋਲ ਕੋਈ ਕੈਨੇਡੀਅਨ ਕੁਆਲੀਫਿਕੇਸ਼ਨਸ ਹੈ ਕਿ ਉਹਨਾਂ ਜੌਬਸ ਦੇ ਕੇਅਰ ਏਡਸ ਵਗੈਰਾ ਦਾ ਮਿਲ ਜਾਏ ਠੀਕ ਹੈਗਾ, ਜੀ ਬਾਕੀ ਨਰਸਿਸ ਡਾਕਟਰਸ ਦਾ ਉਹਨਾਂ ਦਾ ਮਿਲਣਾ ਬਹੁਤ ਮੁਸ਼ਕਿਲ ਹੈਗਾ। ਜੀ ਔਰ ਜਿਹੜੇ ਵਰਕ ਪਰਮਿਟਸ ਹੈਗੇ ਨੇ, ਇਹ ਇੱਕ ਮਿਸਕਨਸੈਪਸ਼ਨ ਹੈਗੀ ਹੈ ਕਿ ਵਰਕ ਪਰਮਿਟ ਸਾਰੇ LMIA ਬੇਸਡ ਹੁੰਦੇ ਨੇ। ਜੀ ਵਰਕ ਪਰਮਿਟਸ ਓਪਨ ਵਰਕ ਪਰਮਿਟ ਵੀ ਹੁੰਦੇ ਨੇ, ਜੀ ਜਿਹੜੇ ਕਿ ਸਪਾਊਸਸ ਇਨਲੈਂਡ ਐਪਲੀਕੈਂਟਸ ਸਪਾਊਸਸ ਨੂੰ ਓਪਨ ਵਰਕ ਪਰਮਿਟ ਮਿਲ ਜਾਂਦਾ ਹੈਗਾ। ਜੀ ਜਿਹੜੇ ਇੱਥੇ ਵਰਕ ਪਰਮਿਟ ਤੇ ਉਹ A ਐਂਡ B ਕੈਟੇਗਰੀ 'ਚ ਆਏ ਨੇ, ਉਹਨਾਂ ਦੇ ਸਪਾਊਸਸ ਨੂੰ ਓਪਨ ਵਰਕ ਪਰਮਿਟ ਮਿਲ ਜਾਂਦਾ ਹੈਗਾ। ਜੀ ਜਿਸ ਵੇਲੇ ਅਸੀਂ ਓਪਨ ਵਰਕ ਪਰਮਿਟ ਦੀ ਗੱਲ ਕਰਨੇ ਹੈ ਕਿ ਉਹ LMIA ਬੇਸਡ ਨਹੀਂ ਹੁੰਦੇ। ਜੀ ਜਿਹੜੇ ਰੈਫਿਊਜੀਸ ਕੈਨੇਡਾ 'ਚ ਆਏ ਨੇ ਉਹਨਾਂ ਨੂੰ ਓਪਨ ਵਰਕ ਪਰਮਿਟ ਮਿਲ ਜਾਂਦਾ ਹੈਗਾ। ਜੀ ਤੁਸੀਂ ਓਪਨ ਵਰਕ ਪਰਮਿਟ ਦੀ ਗੱਲ ਕੀਤੀ ਆ, ਸੋ ਕਈ ਸਟੂਡੈਂਟਸ ਤੇ ਵੀ ਸਵਾਲ ਆਉਂਦੇ ਆ, ਕਿਉਂਕਿ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਮੋਸਟਲੀ ਸਟੂਡੈਂਟਸ ਨੂੰ ਵਰਕ ਪਰਮਿਟ ਮਿਲ ਜਾਂਦਾ ਉਹਨਾਂ ਦੇ ਕੋਰਸ ਦੇ ਹਿਸਾਬ ਨਾਲ, ਪਰ ਕਈ ਵਾਰੀ ਕੁਝ ਕੇਸ ਇਹੋ ਜਿਹੇ ਆਉਂਦੇ ਆ, ਕਈਆਂ ਦਾ ਵਰਕ ਪਰਮਿਟ ਰਿਜੈਕਟ ਵੀ ਹੋ ਜਾਂਦਾ। ਸੋ ਸਟੂਡੈਂਟਸ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਵਰਕ ਪਰਮਿਟ ਅਪਲਾਈ ਕਰਨ ਤੋਂ ਪਹਿਲਾਂ? ਪੋਸਟ ਗ੍ਰੈਜੂਏਟ ਵਰਕ ਪਰਮਿਟ ਉਹ ਜਿਹੜਾ ਹੈਗਾ ਓਪਨ ਵਰਕ ਪਰਮਿਟ ਮਿਲਦਾ ਹੈਗਾ। ਜੀ ਜਿਹੜੇ ਸਟੂਡੈਂਟਸ ਉਹਨਾਂ ਦਾ ਕਾਲਜ, ਉਹਨਾਂ ਦਾ ਇੰਸਟੀਟਿਊਸ਼ਨ ਜੀ ਜਿਹੜੇ ਨੇ ਉਹ ਡੈਜ਼ਿਗਨੇਟਿਡ ਲਰਨਿੰਗ ਇੰਸਟੀਟਿਊਟ ਨਹੀਂ ਨੇ, ਜੀ ਉਹਨਾਂ ਨੂੰ ਵਰਕ ਪਰਮਿਟ ਨਹੀਂ ਮਿਲਦਾ ਹੈ। ਜੀ ਤੇ ਇਹਦੇ ਵਿੱਚ ਕੋਈ ਉਹ ਵੀ ਹੁੰਦਾ ਕਿ ਜੇ ਕਿਸੇ ਨੇ ਚੰਗੇ ਨੰਬਰ ਲੈ ਕੇ ਆਪਣਾ ਕੋਰਸ ਪਾਸ ਕੀਤਾ ਜਾਂ ਥੋੜੇ ਨੰਬਰ ਘੱਟ ਹੈ ਤਾਂ ਉਹਦਾ ਵੀ ਫਿਰ ਉਹਦੇ ਵਰਕ ਪਰਮਿਟ ਤੇ ਅਸਰ ਪੈਂਦਾ? ਉਸ ਦੇ ਨਾਲ ਵਰਕ ਪਰਮਿਟ ਦਾ ਅਸਰ ਨਹੀਂ ਪੈਂਦਾ ਹੈਗਾ। ਜੀ ਇਹ ਜ਼ਰੂਰ ਹੈਗਾ ਜਿਸ ਨੇ 1 ਸਾਲ ਦਾ ਕੋਰਸ ਕੀਤਾ ਹੈਗਾ ਉਹਨੂੰ 1 ਸਾਲ ਦਾ ਮਿਲੇਗਾ, ਜੀ ਜਿਹਨੇ 18 months ਤੋਂ ਉੱਪਰ ਕੀਤਾ ਹੈਗਾ ਉਹਨੂੰ 3 years ਦਾ ਮਿਲ ਜਾਂਦਾ ਹੈਗਾ। ਜੀ ਤੇ ਅਖੀਰ ਦੇ ਵਿੱਚ ਤੁਸੀਂ ਆਪਣੇ ਵੱਲੋਂ ਉਹ ਲੋਕ ਜਿਹੜੇ ਇੱਥੇ ਆਉਣਾ ਚਾਹੁੰਦੇ ਨੇ ਵਰਕ ਪਰਮਿਟ ਦੇ, ਚਾਹੇ ਇਨਲੈਂਡ ਹੋਣ ਚਾਹੇ ਆਊਟਸ ਆਫ ਕੈਨੇਡਾ ਤੋਂ ਬਾਹਰ ਹੋਣ, ਉਹਨਾਂ ਲਈ ਕੁਝ ਤੁਸੀਂ ਕੋਈ ਸੁਨੇਹਾ, ਕੋਈ ਮੈਸੇਜ ਦੇਣਾ ਚਾਹੁੰਦੇ ਹੋ? ਮੇਰੇ ਵਿਚਾਰ ਦੇ ਵਿੱਚ ਜੀ ਜਿਸ ਵੇਲੇ ਵੀ ਕੋਈ ਵਰਕ ਪਰਮਿਟ ਵਾਸਤੇ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਆਉਣਾ ਚਾਹੁੰਦੇ ਨੇ, ਜੀ ਉਹਨਾਂ ਨੂੰ ਹਮੇਸ਼ਾ ਇਹ ਧਿਆਨ ਰੱਖਣਾ ਚਾਹੀਦਾ ਹੈਗਾ ਕਿ ਵਰਕ ਪਰਮਿਟ ਇੱਕ ਟੈਂਪਰੇਰੀ ਜੌਬ ਵਾਸਤੇ ਹੈਗਾ। ਜੀ ਔਰ ਇਮੀਗ੍ਰੇਸ਼ਨ ਆਫਿਸਰ ਜਿਹੜਾ ਬਾਹਰ ਬੈਠ ਕਰਕੇ ਤੁਹਾਡੇ ਵਰਕ ਪਰਮਿਟ ਦੀ ਐਪਲੀਕੇਸ਼ਨ ਦੇਖਦਾ ਹੈਗਾ, ਉਹਦੇ ਹਮੇਸ਼ਾ ਦਿਮਾਗ ਵਿੱਚ ਰਹਿੰਦਾ ਹੈਗਾ ਕਿ ਕਿਆ ਇਹ ਐਪਲੀਕੈਂਟ ਜੀ ਉੱਥੇ ਸਪੈਸੀਫਾਈਡ ਪੀਰੀਅਡ ਆਫ ਟਾਈਮ ਕੰਪਲੀਟ ਕਰਕੇ ਵਾਪਸ ਆਪਣੀ ਕੰਟਰੀ 'ਚ ਆ ਜਾਏਗਾ ਕਿ ਨਹੀਂ। ਜੀ ਅਗਰ ਉਸਦੇ ਦਿਮਾਗ ਵਿੱਚ ਇਹ ਹੁੰਦਾ ਹੈ, ਉਹਦਾ ਡਿਸੀਜਨ ਇਹ ਹੈਗਾ ਕਿ ਇਹਦੇ 'ਚ ਐਸੇ ਬੇਸਿਸ ਹੈਗੇ ਨੇ ਕਿ ਇਸਨੇ ਉਹਨਾਂ ਟਰਮਸ ਐਂਡ ਕੰਡੀਸ਼ਨਸ ਦੀ ਉਲੰਘਣਾ ਕਰਨੀ ਹੈਗੀ ਹੈ, ਜਿਹੜੇ ਟਰਮਸ ਐਂਡ ਕੰਡੀਸ਼ਨਸ ਵਰਕ ਪਰਮਿਟ ਦੇ ਵਿੱਚ ਦਿੱਤੇ ਗਏ ਨੇ, ਤੇ ਉਹ ਉਹਦਾ ਵਰਕ ਪਰਮਿਟ ਰਿਫਿਊਜ਼ ਕਰ ਦੇਗਾ। ਜੀ ਅਗਰ ਤੁਸੀਂ ਪ੍ਰੋਪਰਲੀ ਐਸਟੈਬਲਿਸ਼ਡ ਨਹੀਂ ਹੈ ਕਿ ਆਪਣੀ ਕੰਟਰੀ ਦੇ ਵਿੱਚ, ਔਰ ਤੁਸੀਂ ਇੱਕ ਵਰਕ ਪਰਮਿਟ ਵਾਸਤੇ ਵਰਕ ਪਰਮਿਟ ਲੈ ਕਰਕੇ ਕੈਨੇਡਾ ਟੈਂਪਰੇਰੀਲੀ ਕੰਮ ਕਰਨ ਆਉਣਾ ਚਾਹੁੰਦੇ ਹੈ ਕਿ ਉਹ, ਜੀ ਕਿਆ ਤੁਸੀਂ ਇਮੀਗ੍ਰੇਸ਼ਨ ਆਫਿਸਰ ਨੂੰ ਸੈਟਿਸਫਾਈ ਕਰ ਸਕਦੇ ਹੈ ਕਿ ਤੁਸੀਂ ਵਾਪਸ ਮੁੜ ਕੇ ਆ ਜਾਓਗੇ? ਜੀ ਅਗਰ ਮੁੜ ਕੇ ਨਹੀਂ ਆਓਗੇ ਤੇ ਇਮੀਗ੍ਰੇਸ਼ਨ ਆਫਿਸਰ ਦੇ ਦਿਮਾਗ ਦੇ ਵਿੱਚ ਇਮੀਡੀਏਟਲੀ ਇਹ ਆਏਗਾ
ਕਿ ਇਹ ਉਸ ਪੀਰੀਅਡ ਨੂੰ ਖਤਮ ਕਰਕੇ ਜਾਂ ਉਸ ਤੋਂ ਬਾਅਦ ਵੀ ਉੱਥੇ ਇਲੀਗਲ ਕੈਨੇਡਾ 'ਚ ਰਹਿ ਸਕਦਾ ਹੈਗਾ ਜੀ ਜਾਂ ਕਿਸੇ ਹੋਰ ਗਲਤ ਤਰੀਕੇ ਦੇ ਨਾਲ ਉੱਥੇ ਰਹਿ ਕਰਕੇ ਕਾਨੂੰਨ ਦੀ ਅਵਹੇਲਨਾ ਕਰਕੇ ਰਹੇਗਾ, ਉਹ ਤੁਹਾਡੀ ਐਪਲੀਕੇਸ਼ਨ ਨੂੰ ਰਿਫਿਊਜ਼ ਕਰ ਦੇਗਾ। ਜੀ ਉਸੇ ਤਰ੍ਹਾਂ ਨਾਲ ਜਿਸ ਤਰ੍ਹਾਂ ਨਾਲ ਕਿ ਇੱਕ ਵਿਜ਼ਟਰ ਵੀਜ਼ਾ ਦੀ ਐਪਲੀਕੇਸ਼ਨ ਨੂੰ ਰਿਫਿਊਜ਼ ਕੀਤਾ ਜਾਂਦਾ ਹੈਗਾ। ਜੀ ਇਸ ਲਈ ਨਾ ਸਿਰਫ ਕਿ ਤੁਸੀਂ ਉਸ ਜੌਬ ਵਾਸਤੇ ਕੁਆਲੀਫਾਈਡ ਹੈਗੇ ਹੋ, ਜੀ ਨਾ ਸਿਰਫ ਕਿ ਤੁਸੀਂ ਲੈਂਗੁਏਜ ਰਿਕੁਆਇਰਮੈਂਟਸ ਮੀਟ ਕਰਦੇ ਹੈਗੇ ਹੋ, ਜੀ you also have to prove to the immigration officer that you will be returning to your country of habitual residence ਜੀ after the completion of the period of your employment, temporary employment in Canada. ਜੀ Otherwise, your application is definitely going to be refused. ਜੀ ਅੱਛਾ, ਤੁਹਾਡੀ ਗੱਲ ਤੋਂ ਇੱਕ ਸਵਾਲ ਮੈਨੂੰ ਹੋਰ ਮੇਰੇ ਦਿਮਾਗ 'ਚ ਆ ਗਿਆ, ਕਿਉਂਕਿ ਆਮ ਤੌਰ 'ਤੇ ਜਦੋਂ ਵੀਜ਼ਾ ਅਪਲਾਈ ਕਰਦੇ ਆ ਖਾਸ ਕਰਕੇ ਕੈਨੇਡਾ ਦਾ, ਤਾਂ ਅਕਸਰ ਇਹ ਕਿਹਾ ਜਾਂਦਾ ਕਿ ਜਿਹੜੇ ਫੰਡਸ ਸ਼ੋਅ ਕਰਨੇ ਹੁੰਦੇ ਬਹੁਤ ਜ਼ਰੂਰੀ ਹੈ। ਸੋ ਜਦੋਂ ਵਰਕ ਪਰਮਿਟ ਅਪਲਾਈ ਕਰਨਾ ਉਦੋਂ ਵੀ ਕੋਈ ਲੋੜ ਹੁੰਦੀ ਹੈ ਕਿ ਜਿਹੜਾ ਉਮੀਦਵਾਰ ਹੈ ਜਿਹਨੇ ਅਰਜ਼ੀ ਲਾਉਣੀ ਐਪਲੀਕੇਸ਼ਨ ਦੇਣੀ ਆ, ਉਹ ਆਪਣੇ ਕੋਈ ਚੰਗੇ ਫੰਡਸ ਵੀ ਸ਼ੋਅ ਕਰੇ, ਵੀ ਕੋਈ ਰਿਕੁਆਇਰਮੈਂਟ ਹੁੰਦੀ ਹੈ? ਮੇਨ ਰਿਕੁਆਇਰਮੈਂਟ ਇਹ ਹੈਗੀ ਹੈ ਕਿ ਇਮੀਗ੍ਰੇਸ਼ਨ ਆਫਿਸਰ ਇਹ ਸੈਟਿਸਫਾਈਡ ਹੋਏ ਕਿ ਤੁਸੀਂ ਵਾਪਸ ਆ ਜਾਓਗੇ। ਜੀ ਉਸ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਸ਼ੋਅ ਕਰਨਾ ਹੈਗਾ, ਇਹ ਤੁਹਾਡਾ ਕੰਮ ਹੈਗਾ। ਜੀ ਤੁਹਾਨੂੰ ਇਮੀਗ੍ਰੇਸ਼ਨ ਆਫਿਸਰ ਨੇ ਨਹੀਂ ਦੱਸਣਾ ਕਿ ਕਿਸ ਤਰ੍ਹਾਂ ਸ਼ੋਅ ਕਰਨਾ ਹੈਗਾ। ਜੀ ਅਗਰ ਤੁਸੀਂ ਸ਼ੋਅ ਕਰਦੇ ਹੈਗੇ ਤੁਹਾਡੇ ਕੋਲ ਪ੍ਰਾਪਰਟੀ ਇਨਫ ਹੈਗੀ ਹੈ, ਅਗਰ ਤੁਸੀਂ ਸ਼ੋਅ ਕਰਦੇ ਹੈਗੇ ਕਿ ਤੁਸੀਂ ਇੱਕ ਜੌਬ ਕਰ ਰਹੇ ਹੈਗੇ ਔਰ ਤੁਸੀਂ ਟੈਂਪਰੇਰੀਲੀ ਉੱਥੋਂ ਛੁੱਟੀ ਤੇ ਲੈ ਕਰਕੇ ਜਾ ਰਹੇ ਹੈਗੇ ਹੋ, ਅਗਰ ਤੁਸੀਂ ਸ਼ੋਅ ਕਰਦੇ ਹੈਗੇ ਕਿ ਤੁਹਾਡੇ ਕੋਲ ਇਨਫ ਮਨੀ ਹੈਗਾ, ਜੀ ਅਗਰ ਤੁਸੀਂ ਸ਼ੋਅ ਕਰ ਸਕਦੇ ਕਿ ਤੁਹਾਡਾ ਪਰਿਵਾਰ ਕਿ ਇੰਡੀਆ 'ਚ ਜਾਂ ਜਿਸ ਕੰਟਰੀ 'ਚ ਤੁਸੀਂ ਆ ਰਹੇ ਹੈਗੇ ਹੋ ਜੀ ਉੱਥੇ ਹੈਗਾ, ਔਰ ਤੁਸੀਂ ਸਿਰਫ ਉੱਥੇ ਸਪੈਸੀਫਾਈਡ ਪੀਰੀਅਡ ਆਫ ਟਾਈਮ ਵਾਸਤੇ ਜਾ ਰਹੇ ਹੈਗੇ ਹੋ, ਜੀ ਤੁਹਾਨੂੰ ਵਰਕ ਪਰਮਿਟ ਮਿਲ ਜਾਏਗਾ। ਜੀ ਅਗਰ ਤੁਸੀਂ ਇਹ ਸ਼ੋਅ ਕਰਦੇ ਹੈਗੇ ਹੋ, ਜਿਹੜਾ ਕਿ ਕੁਝ ਐਪਲੀਕੈਂਟਸ ਕਰਦੇ ਨੇ, ਔਰ ਇਹ ਸਭ ਤੋਂ ਵੱਡੀ ਇੱਕ ਮੈਂ ਕਹਾਂਗਾ ਕਿ ਬਿਮਾਰੀ ਹੈਗੀ ਹੈ ਜੀ ਵਰਕ ਪਰਮਿਟ ਐਪਲੀਕੈਂਟਸ ਔਰ ਵਿਜ਼ਟਰ ਵੀਜ਼ਾ ਐਪਲੀਕੈਂਟਸ ਦੇ ਨਾਲ, ਜੀ ਜਿਹੜੇ ਕਿ ਆਪਣੇ ਬੈਂਕ ਅਕਾਊਂਟਸ ਦੇ ਵਿੱਚ ਲੱਖਾਂ ਕਰੋੜਾਂ ਰੁਪਏ ਦਿਖਾ ਦਿੰਦੇ ਨੇ, ਜੀ ਔਰ ਦਿਖਾਉਂਦੇ ਕਦੋਂ ਨੇ? ਇਮੀਗ੍ਰੇਸ਼ਨ ਐਪਲੀਕੇਸ਼ਨ ਪਾਉਣ ਤੋਂ 6 ਦਿਨ ਪਹਿਲੇ, 8 ਦਿਨ ਪਹਿਲੇ ਜੀ ਉਠਾ ਕਰਕੇ 60 ਲੱਖ 80 ਲੱਖ ਰੁਪਇਆ ਦਿਖਾ ਦਿੱਤਾ, ਜੀ ਐਪਲੀਕੇਸ਼ਨ ਰਿਫਿਊਜ਼ ਹੋਈ, ਐਪਲੀਕੇਸ਼ਨ ਮਨੀ ਕੱਢ ਲਿਆ ਵਾਪਸ। ਜੀ ਇਮੀਗ੍ਰੇਸ਼ਨ ਆਫਿਸਰ ਨੂੰ ਇਹ ਪਤਾ ਹੈਗਾ ਕਿ ਇਹ ਕਿਉਂ ਹੋ ਰਿਹਾ ਹੈ। ਜੀ ਅਗਰ ਤੁਸੀਂ ਰੀਸੈਂਟ ਲਮਸਮ ਮਨੀ ਜਮ੍ਹਾਂ ਕਰਾਇਆ ਹੈਗਾ, ਯੂ ਰੈਸਟ ਅਸ਼ੋਰਡ ਯੋਰ ਐਪਲੀਕੇਸ਼ਨ ਇਜ਼ ਗੋਇੰਗ ਟੂ ਬੀ ਰਿਫਿਊਜ਼ਡ। ਜੀ ਮੈਂ ਇੱਕ ਚੀਜ਼ ਇਹਦੇ ਵਿੱਚ ਜ਼ਰੂਰ ਐਡ ਕਰਨਾ ਚਾਹੁੰਦਾ ਹਾਂ ਜੀ ਕਿ ਇਹ ਜੋ ਇਨਫੋਰਮੇਸ਼ਨ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਹਾਂ, ਇਹ ਅਸੀਂ ਜੋ ਇਮੀਗ੍ਰੇਸ਼ਨ ਰੈਗੂਲੇਸ਼ਨਸ, ਜੀ ਐਕਟ ਐਂਡ ਰੈਗੂਲੇਸ਼ਨਸ ਦੇ ਹਿਸਾਬ ਨਾਲ ਜਾਂ ਮੈਨੂਅਲਸ ਦੇ ਹਿਸਾਬ ਨਾਲ ਕਰ ਰਹੇ ਹੈਗੇ ਹਾਂ, ਜੀ ਔਰ ਅਸੀਂ ਆਪਣੇ ਐਕਸਪੀਰੀਅੰਸ ਦੇ ਨਾਲ ਕਰ ਰਹੇ ਹੈਗੇ ਹਾਂ। ਅਗਰ ਤੁਹਾਨੂੰ ਇਹਦੇ ਵਿੱਚੋਂ ਕਿਸੇ ਵੀ ਚੀਜ਼ ਨੂੰ ਰੀਕਨਫਰਮ ਕਰਨਾ ਹੈਗਾ ਜੀ ਜਾਂ ਤੁਸੀਂ ਖੁਦ ਦੇਖਣਾ ਚਾਹੁੰਦੇ ਹੈਗੇ ਹੋ, ਤੇ ਤੁਸੀਂ IRCC ਵੈਬਸਾਈਟ ਨੂੰ ਜ਼ਰੂਰ ਕੰਸਲਟ ਕਰੋ, ਜੀ ਤਾਂ ਕਿ ਤੁਹਾਨੂੰ ਇਹ ਤਸੱਲੀ ਹੋਏ ਕਿ ਇਨਫੋਰਮੇਸ਼ਨ ਜਿਹੜੀ ਦਿੱਤੀ ਗਈ ਹੈਗੀ ਹੈ ਉਹ ਠੀਕ ਹੈਗੀ ਹੈ। ਜੀ ਜੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਸਾਡੇ ਨਾਲ YD ਮਲਹੋਤਰਾ ਜੀ, ਜਿਨ੍ਹਾਂ ਨੇ ਵਰਕ ਪਰਮਿਟ ਬਾਰੇ ਬੜੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ ਕਿ ਕਿਵੇਂ ਕਿਹੜੇ ਜਿਹੜਾ ਖੇਤਰ ਵਿੱਚ ਵਰਕ ਪਰਮਿਟ ਅਸੀਂ ਲੈ ਕੇ ਆਪਣੀ ਯੋਗਤਾ ਦੇ ਅਨੁਸਾਰ ਆ ਸਕਦੇ ਹਾਂ। ਸੋ ਜਿਵੇਂ ਮਲਹੋਤਰਾ ਸਾਹਿਬ ਨੇ ਦੱਸਿਆ ਕਿ ਅਸੀਂ IRCC ਦੀ ਵੈਬਸਾਈਟ ਤੋਂ ਜਾਂ ਉਹਨਾਂ ਦੇ ਹੋਰ ਵੀ ਸੋਸ਼ਲ ਮੀਡੀਆ ਅਕਾਊਂਟ ਨੇ, ਉੱਥੇ ਵੀ ਇਹ ਟਾਈਮ 'ਤੇ ਜਾਣਕਾਰੀ ਮਿਲਦੀ ਰਹਿੰਦੀ ਹੈ ਤੇ ਉੱਥੋਂ ਅਸੀਂ ਜਾਣਕਾਰੀ ਲੈ ਸਕਦੇ ਹਾਂ। ਬਾਕੀ ਅਸੀਂ ਵੀ ਜਿੰਨੀ ਹੋ ਸਕੇ ਉਨੇ ਅਸੀਂ ਤੁਹਾਡੇ ਸਵਾਲਾਂ ਦੇ ਜਵਾਬ ਦੇਵਾਂਗੇ, ਤਾਂ ਕਿ ਅਵੇਅਰਨੈਸ ਆਵੇ, ਜਾਗਰੂਕਤਾ ਆਵੇ ਤੇ ਸਹੀ ਤਰੀਕੇ ਨਾਲ ਜਿਹੜਾ ਤੁਸੀਂ ਕੈਨੇਡਾ ਆ ਸਕੋ, ਇੱਥੇ ਆ ਕੇ ਆਪਣਾ ਕੰਮਕਾਰ ਕਰ ਸਕੋ ਜਾਂ ਭਵਿੱਖ ਬਣਾ ਸਕੋ। ਸੋ ਜੇਕਰ ਹੋਰ ਵੀ ਕੋਈ ਤੁਹਾਡੇ ਸਵਾਲ ਹੋਏ, ਤੁਸੀਂ ਸਾਨੂੰ ਪੁੱਛ ਸਕਦੇ ਹੋ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਵਿਸਥਾਰ ਨਾਲ ਜਿਹੜੇ ਜਵਾਬ ਹੈ ਉਹ ਦਿੱਤੇ ਜਾਣ। ਸੋ ਤਦ ਤੱਕ ਸਾਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ TV ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ, ਪੂਰਾ ਟੈਕਸ ਸੈਟਲਮੈਂਟ ਤੋਂ।
ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।